ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। हे प्राणनाथ गोबिंदे कृपा निदान जगत गुरु हे संसार ताप हरनै कुरनामै सब दुख हरो। हे शरण जोग दयाल है दीना नाथ मया करो। शरीर स्वस्थ खीन समय सिमरंत राम दुमुदर माधव है। वाहिगुरु जी का खालसा वाहिगुरु जी की फतेह। चबर तख्त छत्र दे मालक जुग जुग अटल दसां पातशाहियां दे हिरदा स्वरूप साहिब श्री गुरु ग्रंथ साहिब जी सच्चे पातशाह तिन्हां दी पावन पवित्र अमृतमयी हजूरी अंदर जुड़ बैठे गुरु प्यारे खालसा सतसंगी जनों, आप बहुत वड्डियां भागां वाले जो निता प्रथ पातशाह की अमृतमयी हजूरी अंदर पहुँच करके अपने जीवन के सवासां नूं सफला करन दा आप सफल यतन कर रहे जे। आप जी दे नाल अज साहब श्री गुरु अर्जन देव जी महाराज सच्चे पातशाह तिन्हां दे प्रकाश आगमन पुरब के संबंध अंदर गुरमत विचारां करनियां हन। ये जो आप जी नूं सुभागा समा प्राप्त होया है। सब तो पहला भाई साहब भाई गुरदास जी दे उन्हां दे बचन हैं एक वार दे अंदर कुरबानी तिन्ना गुरसिखां पिछल राती उठ बहंदे। कुरबानी तिन्ना गुरसिखां अमृत वेले सर नवंदे। कुरबानी तिन्ना गुरसिखां साध संगत मिल जाए जुड़ंदे। कुरबानी तिन्ना गुरसिखां गुरबाणी नित गाए सुनंदे। कुरबानी तिन्ना गुरसिखां मन मेली गुरमेल करंदे। कुरबानी तिन्ना गुरसिखां भाए भगत गुरपुरब करंदे। गुर सेवा कर सफल फलंदे। क्यों गुरसिख जेड़े धनता दे पात्र ने उन्हां तो मैं वारने जावां, उन्हां तो मैं बलिहारने जावां। जेड़े अपने पुरखियां दे गुरपुरब शहीदी दिहाड़े बड़ी भावना और सत्कार दे नाल उत्साह दे नाल गुरसिख जिहड़ा मनाउणा करदे ने, मैं उन्हां तो सदके जावां। भाई साहब भाई गुरदास जी दे एक वार दे विच उन्हां दे अमृतमय बचन हन और आप जी दे नाल साहब सच्चे पातशाह गुरु अर्जन साहब जी महाराज पंजवें गुरु नानक अज दे दिन उन्हां दा प्रकाश 15 अप्रैल 1563 ईस्वी नूं श्री गोंदवाल साहब की पावन पवित्र धरती ते सत्कारयोग माता बीबी भानी जी दे कुखों श्री गुरु रामदास महाराज जी के घर जिहड़ा
ਉਹਨਾਂ ਦਾ ਪ੍ਰਕਾਸ਼ ਹੋਇਆ। ਔਰ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਉਸ ਸਮੇਂ ਗੁਰਗੱਦੀ 'ਤੇ ਸੁਭਾਏਮਾਨ ਜੋ ਰਿਸ਼ਤੇ ਵਜੋਂ ਉਹਨਾਂ ਦੇ ਨਾਨਾ ਜੀ ਲੱਗਦੇ ਸਨ, ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੇ ਪ੍ਰਥਾਏ ਭੱਟ ਸਾਹਿਬਾਨਾਂ ਦੇ ਬਚਨ ਆ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸੂਰਜ ਪ੍ਰਕਾਸ਼ ਦੇ ਕਰਤਾ ਗਿਆਨੀ ਸੰਤੋਖ ਸਿੰਘ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਥਾਏ ਕੁਝ ਉਹਨਾਂ ਨੇ ਬਚਨ ਲਿਖੇ ਨੇ, ਉਹ ਲਿਖਣਾ ਕਰਦੇ ਨੇ, ਅਜਾਰ ਨਾ ਜਨਾਇਓ ਜਾਏ, ਕੇਤੇ ਹੈ ਬਥਾਰ ਤੇਰੋ, ਐਸਾ ਰੂਪ ਧਾਰ ਆਏ, ਰਾਜੇ ਗੁਰ ਅਰਜਨ। ਗਿਆਨੀ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਜ਼ਾਰ ਨਾ ਜਨਾਇਓ ਜਾਏ, ਕੇਤੇ ਹੈ ਬਥਾਰ ਤੇਰੋ, ਕਿ ਗੁਰੂ ਅਰਜਨ ਸਾਹਿਬ ਮਹਾਰਾਜ ਅਜ਼ਾਰ ਨੂੰ ਜਰਨ ਵਾਲੇ ਔਰ ਉਹਨਾਂ ਦੇ ਹਿਰਦੇ ਵਿੱਚ ਧੀਰਜ ਔਰ ਉਹਨਾਂ ਦੇ ਹਿਰਦੇ ਵਿੱਚ ਖਿਮਾ ਔਰ ਉਹਨਾਂ ਦੇ ਹਿਰਦੇ ਵਿੱਚ ਜਿਹੜੀ ਨਿਮਰਤਾ, ਉਹਨਾਂ ਦਾ ਹਿਰਦਾ ਜਿਹੜਾ ਹੈ ਇੱਕ ਵਿਸ਼ਾਲ ਸਾਗਰ ਦੀ ਤਰ੍ਹਾਂ, ਭਾਵ ਉਹਨਾਂ ਦਾ ਹਿਰਦਾ ਵਿਸ਼ਾਲ ਸੀ। ਇੱਕ ਸਮਾਂ ਆਉਂਦਾ ਹੈ ਸਾਗਰ ਦੇ ਵਿੱਚ ਵੀ ਕਈ ਵਾਰੀ ਜਵਾਰ ਭਾਟੇ ਆ ਜਾਂਦੇ ਹਨ, ਸਾਗਰ ਵੀ ਕਈ ਵਾਰ ਜਿਹੜਾ ਹੈ ਉਛਲ ਜਾਂਦਾ ਹੈ, ਉਛਾਲਾ ਮਾਰ ਜਾਂਦਾ ਹੈ, ਪਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੀ ਉਹਨਾਂ ਦੇ ਹਿਰਦੇ ਵਿੱਚ ਠੰਡਕ ਔਰ ਵਿਸ਼ਾਲਤਾ ਸੀ। ਵੱਡੇ ਤੋਂ ਵੱਡਾ ਸੰਕਟ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਆਇਆ, ਪਰ ਉਹ ਇੱਕ ਪਰਬਤ ਦੇ ਵਾਂਗ ਜਿਹੜਾ ਡੋਲੇ ਨਹੀਂ। ਉਹਨਾਂ ਦੇ ਹਿਰਦੇ ਵਿੱਚ ਕਦੀ ਕ੍ਰੋਧ ਨਹੀਂ ਆਇਆ ਔਰ ਉਹਨਾਂ ਦੇ ਹਿਰਦੇ ਦੇ ਵਿੱਚ ਕਦੀ ਗੁੱਸਾ ਨਹੀਂ ਆਇਆ, ਔਰ ਉਹਨਾਂ ਦਾ ਜਿਹੜਾ ਬਦਨ ਹੈ ਕਦੀ ਕਿਸੇ ਨੇ ਮੁਸੀਬਤ ਵਿੱਚ ਹੁੰਦਿਆਂ ਹੋਇਆਂ ਵੀ ਜਿਹੜਾ ਹੈ ਉਹ ਤੱਕਿਆ ਨਹੀਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਭਾਰੀ ਕਸ਼ਟ ਦੇ ਵਿੱਚ ਹਨ ਜਾਂ ਮੁਸੀਬਤ ਦੇ ਵਿੱਚ ਹਨ। ਇਸ ਕਰਕੇ ਕਵੀ ਜੀ ਲਿਖਣਾ ਕਰਦੇ ਨੇ, ਅਜਰ ਨਾ ਜਨਾਇਓ ਜਾਏ, ਕੇਤੇ ਹੈ ਬਥਾਰ ਤੇਰੋ, ਐਸਾ ਰੂਪ ਧਾਰ ਆਏ, ਰਾਜੇ ਗੁਰ ਅਰਜਨ। ਰਾਜਿਆਂ ਦੇ ਰਾਜੇ ਮਹਾਰਾਜੇ ਗੁਰੂ ਅਰਜਨ ਸਾਹਿਬ ਮਹਾਰਾਜ ਨਿਰੰਕਾਰ ਦਾ ਸਵਰੂਪ ਧਾਰ ਕੇ ਇਸ ਧਰਤੀ ਦੇ ਉੱਤੇ, ਇਸ ਮਾਤ ਲੋਕ ਦੇ ਉੱਤੇ ਆਏ। ਔਰ ਆਪ ਜੀ ਨੇ ਖਿਆਲ ਕਰਨਾ, ਆਪ ਰੋਜ਼ਾਨਾ ਦੀਆਂ ਵਿਚਾਰਾਂ ਸਰਵਣ ਕਰਨ ਵਾਲੇ ਜੀ ਗੁਰੂ ਦੇ ਪਿਆਰੇ ਗੁਰਸਿੱਖੋ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਏ ਔਰ ਉਦੋਂ ਗੁਰੂ ਨਹੀਂ ਸਨ ਬਣੇ। ਕੁਝ ਸਮਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕੀਤੀ ਔਰ ਘਾਲ ਕਮਾਈ ਕੀਤੀ। ਉਹਦੇ ਤੋਂ ਬਾਅਦ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਬਣੇ ਔਰ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਆਉਣਾ ਕਰਦੇ ਨੇ ਔਰ ਕੁਝ ਸਮਾਂ ਸੇਵਾ ਕਰਦੇ ਨੇ ਔਰ ਸਿਮਰਨ ਕਰਦੇ ਨੇ। ਉਹਦੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਦਾ ਜਿਹੜਾ ਛਤਰ ਹੈ, ਗੁਰਿਆਈ ਹੈ, ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣਾ ਕਰਦੀ ਹੈ, ਫਿਰ ਗੁਰੂ ਅਮਰਦਾਸ ਮਹਾਰਾਜ ਬਣਦੇ ਨੇ। ਔਰ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਭਾਈ ਜੇਠੇ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆਉਣਾ ਕਰਦੇ ਨੇ ਗੋਂਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ। ਇੱਥੇ ਫਿਰ ਉਹਨਾਂ ਨੇ ਅਥਾਹ ਔਰ ਰੱਜ ਕੇ ਉਹਨਾਂ ਨੇ ਜਿਹੜਾ ਸੇਵਾ ਕੀਤੀ ਔਰ ਨਾਲ ਉਹਨਾਂ ਨੇ ਸਿਮਰਨ ਕੀਤਾ ਔਰ ਉਹਦੇ ਤੋਂ ਬਾਅਦ ਫਿਰ ਭਾਈ ਜੇਠੇ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਬਣਨਾ ਕਰਦੇ ਨੇ। ਔਰ ਮੇਰਾ ਕਹਿਣ ਦਾ ਭਾਵ ਕਿ ਭਾਈ ਲਹਿਣਾ ਜੀ ਨੇ ਸੇਵਾ ਕੀਤੀ, ਗੁਰੂ ਅੰਗਦ ਸਾਹਿਬ ਮਹਾਰਾਜ ਬਣੇ
गुरु अमरदास महाराज ने सेवा की, गुरु अमरदास महाराज बने। भाई जेठा जी ने सेवा की, गुरु रामदास महाराज बने। सेवा करके बने, सिमरन करके बने। तो जो गुरु अर्जन साहब महाराज बारे आप इतिहास पढ़ते हैं ना, तो भट्ट साहबाना ने गुरु ग्रंथ साहब महाराज की बाणी अंदर अमृतमई बचन जोड़ा उन्होंने जो दर्ज ने गुरु ग्रंथ साहब महाराज के अंदर आप श्रवण करते हैं। भट्ट साहबाना की रसना तो ये मुबारक बचन उचारण होए ने। गुरु अर्जन साहब महाराज के प्रथाए भट्ट साहबान बचन लिखते हैं, सिमरन सोई पुरख अचल अबनासी, जिस सिमरत दुरमत मल नासी, सतगुर चरण कवल रिद धारंग, गुरु अर्जन गुर सहज बुझारंग, गुर रामदास कर कियो प्रगासा, सगल मनोरथ पूर्ण आसा, तै जन्मत गुरमत ब्रह्म पछाण्यो, कल जोड़ कर सुजस बखाण्यो, भगत जो को जैतवार हर जन को पायो, शब्द गुरु प्रकाश्यो हर रसन बसायो। भट्ट साहबान गुरु अर्जन साहब महाराज बारे लिखना करते ने, तैं जन्मत गुरमत ब्रह्म पछाण्यो। साहब सच्चे पातशाह गुरु अर्जन साहब महाराज उन्होंने भाव जन्म तो ही प्रकाश तो ही जिहड़ा है उन्होंने ब्रह्म का ज्ञान है। ये अमृतमई बाणी दे गुरबाणी दे बचन हैं। और दूसरा उन्हों का जिहड़ा सारा बचपन है वो शुरुआत तो ही गुरु अमरदास महाराज के चरणों के विच बतीत होया। गुरु अमरदास महाराज उस समय गुरु ने, उन्हों के पिता गुरु रामदास महाराज गुरु नहीं बने, पर उन्हों का जिहड़ा जीवन की शुरुआत है वो गुरु अमरदास महाराज के चरणों ते शरणों दे विच होई। भाव उन्हों का जिहड़ा पालन पोषण है, उन्हों का जिहड़ा बचपन है गुरु अमरदास महाराज के चरणों के विच बतीत होया, जिन्हां दे प्रथाए भट्ट साहबान बचन लिखते हैं। गुर अमरदास परसिए पहुम पातक बनासै, गुर अमरदास परसिए सिद्ध साधक असासै, गुरु अमरदास परसिए ध्यान लईए पहु मुकै, गुर अमरदास परसिए भौ लभे गौ चुकै, एक बिन दुगण जो तो रहे जो समंतर मानवा लहै, जाल पा पदार्थ इतड़ै, गुर अमरदास डिठै मिलै। गुरु अर्जन साहब महाराज का जिहड़ा जीवन है वो गुरु अमरदास महाराज जी दे उन्हां दे हत्थां दे विच और उन्हां दी गोद दे विच जिहड़ा बतीत होया। ते भट्ट साहबान ते इत्थों लिखते हैं कि उन्हां दे स्पर्श करन दे नाल भी गुरु अमरदास महाराज के परसन दे नाल गुरु अमरदास परसिए ध्यान लईए पौ मुकै, गुरु अमरदास परसिए भौ लभे गौ चुकै, गुरु अमरदास परसिए पहुम पातक बनासै। कि गुरु अमरदास महाराज के स्पर्श करन दे नाल करोड़ां पापां दा नाश हुंदा है। गुरु अमरदास महाराज के स्पर्श करन दे नाल मनुख दे जिहड़ा जीवन के बिखड़े पैंडे आ मुक जाते हैं। गुरु अमरदास महाराज के स्पर्श करन दे नाल मनुख का जिहड़ा आवागौन का चक्कर है 84 वाला ये खत्म हो जाता है। तो गुरु अर्जन साहब महाराज का जीवन ही गुरु अमरदास महाराज के उन्होंने चरणों के विच उन्हों की गोदी दे विच और उन्हों के हत्थों के विच उन्हों का बचपन वाला जिहड़ा गुरमुखो जिहड़ा जीवन है बतीत होया है। इस करके गुरु अर्जन साहब महाराज तै जन्मत गुरमत ब्रह्म पछाण्यो और उन्होंने प्रकाश तो ही जिहड़ा है वो ब्रह्म का ज्ञान है। मैं आप जी दे नाल इतिहास विचों कुछ बचन साझे करने ने और ज्ञानी संतोख सिंह जी सूरज प्रकाश अंदर और ज्ञानी ज्ञान सिंह जी पंथ प्रकाश अंदर भी बचन लिखना करते हैं कि जदों गुरु अर्जन साहब महाराज थोड़े जे वड्डा होना करते हैं और रिढ़ते हैं और थोड़ा थोड़ा वो तुरते हैं। और एक दिन की साखी के अंदर ज्ञानी संतोख सिंह जी लिखना करते हैं गुरु अमरदास महाराज अपने आसन के उत्ते जिहड़ा है वो सुभाए मान ने भाव आराम कर रहे हैं। तो जिमें माता पिता का सुभाव हुंदा है कि अपने बच्चों नूं
ਖੇਡਣ ਵਾਸਤੇ ਕੁਝ ਜਿਹੜਾ ਉਹ ਖਿਡੌਣੇ ਦਿੱਤੇ ਜਾਂਦੇ ਨੇ। ਇਤਿਹਾਸ ਦੇ ਵਿੱਚ ਬਚਨ ਆਉਂਦੇ ਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਗੇਂਦ ਦੇ ਨਾਲ ਖੇਡ ਰਹੇ ਨੇ ਔਰ ਗੇਂਦ ਨੂੰ ਜਿਹੜਾ ਉਹ ਛਾਲ ਰਹੇ ਨੇ, ਔਰ ਜਦੋਂ ਗੇਂਦ ਨੂੰ ਉਹ ਛਾਲ ਰਹੇ ਨੇ ਤੇ ਗੇਂਦ ਨੂੰ ਉਛਾਲਿਆ ਹੈ ਤੇ ਗੇਂਦ ਜਿਹੜਾ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਜਿਹੜੇ ਰੂਮ ਦੇ ਵਿੱਚ ਜਿਹੜਾ ਉਹ ਵਿਸ਼ਰਾਮ ਕਰ ਰਹੇ ਨੇ ਉਸ ਕਮਰੇ ਦੇ ਅੰਦਰ ਜਿਹੜਾ ਉਹ ਗੇਂਦ ਛੋਟੀ ਜਿਹੀ ਚਲੇ ਜਾਣਾ ਕਰਦੀ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਗੇਂਦ ਦੇ ਮਗਰ ਜਿਹੜਾ ਉਹ ਰੇਡ ਕਰਕੇ ਜਾਣਾ ਕਰਦੇ ਨੇ ਔਰ ਉਸ ਕਮਰੇ ਦੇ ਵਿੱਚ ਵੇਖਿਆ ਹੈ ਵੀ ਗੇਂਦ ਥੱਲੇ ਕਿਤੇ ਨਜ਼ਰ ਨਹੀਂ ਆਉਂਦੀ ਤੇ ਫਿਰ ਪਾਵੇ ਦੇ ਨਾਲ ਹੱਥ ਪਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਖੜਾ ਹੋਣਾ ਕਰਦੇ ਨੇ। ਜਦੋਂ ਪਾਵੇ ਦੇ ਨਾਲ ਹੱਥ ਪਾ ਕੇ ਖੜੇ ਹੋਏ ਤੇ ਮੰਜਾ ਜਦੋਂ ਹਿੱਲਿਆ ਤੇ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ ਅੱਖ ਆ ਉਹਨਾਂ ਦੀ ਉਹ ਖੁੱਲ੍ਹਣਾ ਕਰਦੀ ਹੈ ਤੇ ਫਿਰ ਉੱਥੇ ਬਚਨ ਲਿਖਦੇ ਨੇ ਗਿਆਨੀ ਜੀ, ਗੁਰੂ ਅਮਰਦਾਸ ਮਹਾਰਾਜ ਕਹਿਣਾ ਕਰਦੇ ਨੇ, ਇਹ ਕਿਹੜਾ ਵੱਡਾ ਪੁਰਖ ਹੈ ਅਤ ਭਾਰੀ, ਜਿਸ ਨੇ ਸਾਡੀ ਮੰਜੀ ਹਿਲਾਈ ਸਾਰੀ। ਭਾਵ ਕਿ ਕਿਹੜਾ ਵੱਡ ਪੁਰਖ ਆ ਗਿਆ ਹੈ ਔਰ ਜਿਹਨੇ ਸਾਡੀ ਸਾਰੀ ਜਿਹੜਾ ਇਹ ਮੰਜੀ ਆ ਉਸ ਨੂੰ ਜਿਹੜਾ ਹਿਲਾ ਦਿੱਤਾ। ਭਾਵ ਐਸਾ ਜਿਹੜਾ ਹਲੂਣਾ ਹੈ ਉਹ ਬਚਪਨ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੇ ਉਸ ਪਲੰਗ ਨੂੰ ਜਿਹੜਾ ਉਹ ਮਾਰਿਆ ਜਿੱਥੋਂ ਗੁਰੂ ਅਮਰਦਾਸ ਮਹਾਰਾਜ ਦੇ ਮੁਖ ਤੋਂ ਜਿਹੜਾ ਸਹਿਜ ਸੁਭਾਏ ਇਹ ਬਚਨ ਨਿਕਲੇ ਕਿ ਕਿਹੜਾ ਵੱਡ ਪੁਰਖ ਹੈ ਭਾਰੀ, ਜਿਸ ਨੇ ਸਾਡੀ ਮੰਜੀ ਹਿਲਾਈ ਸਾਰੀ। ਔਰ ਇਸ ਤਰ੍ਹਾਂ ਗੁਰਮੁਖ ਜੀਵਨ ਬਤੀਤ ਹੁੰਦਾ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਉਹ ਉਮਰ ਦੇ ਵਿੱਚ ਵੱਡੇ ਹੁੰਦੇ ਜਾ ਰਹੇ ਨੇ ਔਰ ਨਾਲ ਗੁਰੂ ਅਮਰਦਾਸ ਮਹਾਰਾਜ ਗੋਂਦਵਾਲ ਸਾਹਿਬ ਦੀ ਜਿਹੜਾ ਸੇਵਾ ਕਰਵਾਉਂਦੇ ਨੇ ਔਰ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੇਵਾ ਕਰਦੇ ਨੇ ਔਰ ਉਹਨਾਂ ਦੀ ਮਾਤਾ ਭਾਨੀ ਜੀ ਸੇਵਾ ਕਰਦੇ ਨੇ। ਇਹ ਸਾਰਾ ਕੁਝ ਬਚਪਨ ਦੇ ਵਿੱਚ ਜਿਹੜਾ ਆ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਰਾ ਕੁਝ ਜਿਹੜਾ ਆ ਉਹ ਉਹਨਾਂ ਨੇ ਦੇਖਿਆ ਵੀ ਹੈ ਔਰ ਨਾਲ ਆਪਣਾ ਜਿਹੜਾ ਜੀਵਨ ਹੈ ਉਹ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਬਤਾਏ। ਕੈਸੇ ਗੁਰੂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਸ਼ੁਰੂਆਤ ਤੋਂ ਹੀ ਜਿਹੜਾ ਜੀਵਨ ਹੈ ਉਹ ਗੁਰੂ ਦੇ ਚਰਨਾਂ ਤੋਂ ਹੀ ਸ਼ੁਰੂ ਹੋਇਆ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੋਂ ਸ਼ੁਰੂ ਹੋਇਆ। ਉਹਦੇ ਤੋਂ ਬਾਅਦ ਫਿਰ ਉਹਨਾਂ ਦੇ ਗੁਰੂ ਰਾਮਦਾਸ ਮਹਾਰਾਜ ਗੁਰੂ ਬਣਨਾ ਕਰਦੇ ਨੇ। ਫਿਰ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜੀਵਨ ਬਤੀਤ ਹੋਇਆ। ਭਾਵ ਜਿੰਨਾ ਜੀਵਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਹ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਬਤੀਤ ਹੋਇਆ। ਤੇ ਇੱਕ ਦਿਨ ਦੀ ਸਾਖੀ ਦੇ ਅੰਦਰ ਬਚਨ ਆਉਂਦੇ ਨੇ ਕਿ ਬੀਬੀ ਭਾਨੀ ਪ੍ਰਸ਼ਾਦੇ ਪਕਾ ਰਹੀ ਹੈ ਤੇ ਪ੍ਰਸ਼ਾਦੇ ਪਕਾਉਂਦਿਆਂ ਅਚਾਨਕ ਜਿਹੜਾ ਹੈ ਕੋਈ ਜਿਹੜਾ ਕੰਮ ਪੈ ਜਾਂਦਾ ਹੈ। ਉਹ ਥੋੜ੍ਹਾ ਜਿਹਾ ਰਸੋਈ ਵਿੱਚ ਜਾਣਾ ਕਰਦੇ ਨੇ ਔਰ ਉੱਧਰੋਂ ਗੁਰੂ ਅਰਜਨ ਸਾਹਿਬ ਮਹਾਰਾਜ ਖੇਡਦੇ ਦੱਸਦੇ ਨੇ ਆ ਜਾਣਾ ਕਰਦੇ ਨੇ ਔਰ ਜਿਹੜੀ ਤਵੀ ਦੇ ਉੱਤੇ ਜਿਹੜਾ ਉਹ ਪ੍ਰਸ਼ਾਦੇ ਪਾਏ ਨੇ ਔਰ ਉਸ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੋਨੋਂ ਹੱਥ ਆਪਣੇ ਹਾਲੇ ਰੱਖਣਾ ਹੀ ਕਰਦੇ ਨੇ ਤੇ ਉੱਧਰੋਂ ਬੀਬੀ ਭਾਨੀ ਆ ਜਾਂਦੀ ਆਣ ਕੇ ਦੋਨਾਂ ਬਾਹਾਂ ਤੋਂ ਪਾਸਿਆਂ ਤੋਂ ਪਕੜ ਕੇ ਔਰ ਜਿਹੜਾ ਉਹ ਪਾਸੇ ਕਰਦੇ ਨੇ ਔਰ ਬਚਨ ਫਿਰ ਚੱਲਣਾ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਨੂੰ ਆਪਣੇ ਪਿਤਾ ਜੀ ਨੂੰ ਬੀਬੀ ਭਾਨੀ ਜੀ ਕਹਿਣਾ ਕਰਦੇ ਨੇ ਵੀ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਮੇਰੇ ਪ੍ਰਸ਼ਾਦਿਆਂ ਪਕਾਉਂਦਿਆਂ ਮੈਂ ਰਸੋਈ ਦੇ ਵਿੱਚ ਜਾਣਾ ਕੀਤਾ ਔਰ ਉਹਦੇ ਤੋਂ ਬਾਅਦ ਜੇ ਕੁਝ ਸੈਕਿੰਡ ਮੈਂ ਰਸੋਈ ਦੇ ਵਿੱਚੋਂ ਨਾ ਆਉਂਦੀ ਤੇ ਅੱਜ ਆਪਦੇ ਦੋਹਤੇ ਦੀਆਂ ਦੋਨੋਂ ਜਿਹੜਾ ਹੱਥ ਨੇ ਤਵੀ ਜਿਹੜਾ ਉਹ ਗਰਮ ਹੈ ਤੇ ਉੱਤੇ ਹੱਥ ਰੱਖਣ ਦੇ ਨਾਲ ਦੋਨੋਂ ਹੱਥ ਜਿਹੜਾ ਇਹਨਾਂ ਦੇ ਜਲ ਜਾਣੇ ਸਨ। ਤੇ ਵੇਖੋ ਗੁਰਮੁਖੋ ਗੁਰੂ ਜਿਹੜਾ ਹੈ ਤ੍ਰਿਕਾਲਦਰਸ਼ੀ ਹੈ, ਗੁਰੂ ਜਿਹੜਾ ਹੈ ਅੰਤਰਜਾਮੀ ਹੈ। ਇਤਿਹਾਸ ਦੇ ਵਿੱਚ ਬਚਨ ਆਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਨੇ ਸਹਿ ਸੁਭਾ ਬਚਨ ਕਹਿ ਭਾਨੀਏ ਅੱਜ ਤੇ ਇਸ ਪ੍ਰਸ਼ਾਦੇ ਪਕਾਉਣ ਵਾਲੀ ਤਵੀ ਦੇ ਉੱਤੋਂ ਜਿਹੜਾ ਹੈ ਤੂੰ ਇਹਨਾਂ ਦੇ ਦੋਨੇ ਹੱਥ ਜਿਹੜਾ ਫਕੜ ਕੇ ਜਿਹੜਾ ਉਹ ਪਾਸੇ ਕਰ ਦਿੱਤਾ
और कहने लगे कल नूं जिहड़ा इन्हां इस तवी तत्ती दे उत्ते बैठना है, कल नूं इन्हां नूं कौन जिहड़ा पासे करेगा, कौन उठाएगा। भाव सह सुभाए जिहड़े बचन आ वो गुरु अमरदास महाराज की रसना तो जिहड़ा ये बचन निकले। भाव यह है कि गुरु अर्जन साहब महाराज ने जिहड़ा गुरु साहबानां दे चरनां दे विच जीवन बतीत होया, उन्होंने गुरु साहब दे कोलों जिहड़ा आसीसां और बख्शां जिहड़ियां ने वो प्राप्त ही कीतियां ने गुरमुखो। इस तरह जीवन दे विच अगे जीवन तुरदा गया है। उधरों गुरु अमरदास महाराज सच्चे पातशाह उन्हां दा समां सचखंड जाण नूं जिहड़ा है वो समां लागे आउंदा है, जोती जोत समाउण दा। गुरु अमरदास महाराज इतिहास के मुताबिक 1563 नूं गुरु अर्जन साहब महाराज का प्रकाश होया है ते तकरीबन 1574 नूं जिहड़ा है गुरु अमरदास महाराज वो सचखंड नूं चला जाना करदे हन, जोती जोत समा जाते हैं। अते गुरु नानक साहब महाराज के घर का वारस जिहड़ा है भाई जेठे नूं भाव गुरु रामदास महाराज नूं जिहड़ा है गुरगद्दी ते जिहड़ा है गुरु रामदास महाराज नूं बिठा दिता जाता है। और नाल नाल फिर जिहड़ा इतिहास दे विच बचन ने कि जदों गुरु रामदास महाराज नूं गुरगद्दी प्राप्त हो जाती है, मिल जाती है, और उहदे तो बाद फिर गुरु रामदास महाराज गुरु अमरदास महाराज के बचनों के मुताबिक जिथे अज आपां दर्शन करते हैं सचखंड श्री दरबार साहिब हरमंदर साहिब जी के, गुरु अमरदास महाराज के बचनों के मुताबिक पहला ही गुरु अमरदास महाराज ने कुछ जिहड़ा खाका है इस शहर का बनाया और गुरु रामदास महाराज नूं भेजिया। और जदों फिर गुरु रामदास महाराज नूं गुरगद्दी प्राप्त हो जाती है, मिल जाती है, तो फिर इत्थे आण के जिहड़ा है गुरु रामदास महाराज सब तो पहला जिहड़ा संतोख सर दा सरोवर है उत्थे आण के जिहड़ा गुरु घर की कार सेवा गुरु रामदास महाराज जिहड़ी आ वो शुरू करवाउणा करदे ने। और उन्हां दे नाल परिवार बाबा पिरथी चंद भी आउणा करदे ने, बाबा महादेव जी भी आउणा करदे ने, और उन्हां दे नाल सत्कारयोग श्री गुरु अर्जन देव महाराज जी सारा परिवार नाल है। और सिख संगतां और गुरसिख जिहड़े प्यारे आ और वो भी नाल हन। और जिवें बाणी दे विच बचन आउंदे ने, सा धरती पई हरियावली जिथे मेरा सतगुर बैठा आए, से जंत पै हरियावले जिनी मेरा सतगुर देखिया जाए। धन धन पिता धन धन कुल धन धन सो जननी जिन गुरु जनिया माए। धन धन गुरु जिन नाम आराध्या। पातशाह दे वेखो किन्ने प्यारे बचन आ कि धन है वो पिता, धन है वो कुल, धन है वो जननी जिन्हें एक गुरु नूं जिहड़ा है जन्म दिता। अगों फिर कहन लगे गुरु धन है। धन धन गुरु जिन नाम आराध्या। धन वो गुरु है फिर जिन्हें अपने जीवन दे विच नाम नूं जिहड़ा है आराध्या है और याद किया है, सिमरन किया है। आप डिठा आप तरिया जिन्हें डिठा तिन्ना लै छड़ाए। कि आप ते गुरु मुक्त है। और जिन्ना जिन्ना ने फिर गुरु साहबाना दे दर्शन किए हैं और उन्होंने जीवां नूं फिर जिहड़ा गुरु दे चरनां विचों मुक्ति प्राप्त होंदी है। धन धन गुरु जिन नाम आराध्या। आप तरिया जिन्नी डिठा तिन्ना लै छड़ाए। हर सतगुर मेलो दया कर जन नानक धोवै पाए। कि ऐसे गुरु दे ते पातशाह वैगुरू मेरे ते कृपा कर कि ऐसे जे गुरु दे नाल साडा मिलाप हो जावे और जीवन जिहड़ा है धनता दा पात्र मनुख दा बन जावे। गुरमुखो फिर जिहड़ा ये सेवा पातशाह ने जिहड़ा आरंभ कराई
गुरु अर्जन साहब महाराज हुण उम्र भावें छोटी है, वो सेवा भी नाल कराउंदे ने और नाल सारा जिहड़ा जो संगतां गुरु रामदास महाराज के चरनां दे विच आ रहीआं ने और उन्हां दी सेवा संभाल और उन्हां दा जी आया नाल नाल गुरु अर्जन साहब महाराज वो भी करते हैं और नाल नाल सारा कुछ देख भी रहे ने कि गुरु रामदास महाराज गुरु अमरदास महाराज ने किवें सेवा करवाई और गुरु रामदास महाराज साहब सच्चे पातशाह जिहड़ा आ वो किवें जिहड़ा है सेवा करवा रहे हैं। सारा कुछ गुरु अर्जन साहब महाराज साहब सच्चे पातशाह जिहड़ा आ वो अपनी अखां दे नाल देखदे आ और अपने हत्थां दे नाल जिहड़ा वो सेवा नूं करदे आ। और इतिहास दे विच बचन आउंदे आ कि गुरु रामदास महाराज दे ये जीवन काल दे अंदर मेरा कहण तो मुराद है भी गुरु अर्जन साहब महाराज एक निक्की निक्की चीज़ नूं जिहड़ा बड़ा बरीकी दे नाल बड़ा ध्यान दे नाल बड़ा एकाग्रता दे नाल जिहड़ा वेखदे ने और अपने जीवन दे विच जिहड़ा आ उहनूं धारण करदे ने। इतिहास दे विच बचन आउंदे ने भी सौण भादों दा दिन हन ते गुरु रामदास महाराज सच्चे पातशाह सेवा करवा रहे ने, संगतां बेअंत आ रहीआं ने जा रहीआं ने ते झड़ी लग जाती है, बारिश बहुत ज़्यादा होना करती है ते लंगर दे विचों जिहड़ा सुक्का बालन है उसदी दिक्कत आ जाती है। झड़ी लम्मी होने के कारण लंगर दे विचों जिहड़ा सुक्का बालन है वो बस एक या दो दिन का रह जाता है इतिहास के मुताबिक जिवें बचन आए ने। और गुरु रामदास महाराज ने बाबा बुढ़ा साहब जी वर्गे सिख होर जिहड़े महान सिख ने वो पातशाह के चरणों में आण के बेनती करते हैं भी बारिश बहुत ज़्यादा हो रही है, झड़ी लम्मी लग गई है और जिहड़ा लंगर पकाउण दे वास्ते गुरमुखो अज दा ते समा है नहीं कि जिहड़ा सिलेंडरां दे साधन सन वो समय ते जंगल दे विचों लकड़ा कट के लैके आउणियां और फिर लकड़ां दे नाल जां जिहड़ा पशुआं दा गोबर हुंदा सी और उस गोबर नूं सुकाया जाना और उस गोबर दे नाल जिहड़ा फिर ये सारा गुरु घर दे जो दाल सब्जी जां लंगर प्रशादे आ सारे वो सुक्के बालन दे नाल लोह थले बालन ने बलना और उन्हां ते फिर जिहड़ा दाल सब्जी भाजी वगैरह लंगर जिहड़ा पकाया जांदा सी। जदों गुरु रामदास महाराज के चरणों में गुरसिखां ने बेनती की तो पातशाह बचन कह लगे और जिस दा लंगर है और उस नूं ही इस बालन का जिहड़ा वो फिक्र है, जिस दा लंगर है, लंगर किहदा है, ये अकाल पुरख दा लंगर है, ये साडे वड्डे गुरु नानक साहब महाराज दा लंगर उन्हां दा चलाया है। गुरसिखो समा तो कुछ ऐसा आ सकता है, मुसीबत आ सकदियां हन, पर जिहड़ा ये लंगर है ये बंद नहीं हो सकता। तो जदों गुरु रामदास महाराज ने ये बचन कहे कोई गल नहीं, तुसीं फिक्र ना करो, इहदा प्रबंध जिहड़ा हो जाएगा, वाहिगुरू आपे जिहड़ा लकड़ां दा प्रबंध करेगा। तो इतिहास दे विच बचन ने भाई सालो का जिक्र आउंदा है। भाई सालो जिहड़ा अंमृतसर साहब के रहन वाले ने और उन्होंने पता लगता है कि बारिश के कारण झड़ी लग गई है। गुरु रामदास महाराज के घर दे विच लंगर चलता है, लंगर दे विचों सुनिया है कि बालन की जिहड़ा दिक्कत आ रही है, कमी आ गई है तो बालन गुरु घर दे विच पहुँचाउणा। वेखो गुरमुखो गुरसिखां दी भावना और गुरसिखां दी जिहड़ी शरधा, गुरमुखो जे माण करना है तो बाणी दे बचन है ना, माण करूँ तुद उपरे मेरे प्रीतम प्यारे। जे माण करना है तो पातशाह बचन करते हैं बाणी अंदर, माण करना है गुरसिखा अपने गुरु के उत्ते माण कर। जिन्ना भी अपने गुरु के उत्ते माण करेगा उन्ना ही थोड़ा है। इस तरह इतिहास के विच बचन ने कि भाई सालो ने जिहड़ा है उन्होंने एक जुगत जिहड़ा
ਉਹਨਾਂ ਨੂੰ ਸੁੱਝੀ ਵੀ ਇਸ ਜੁਗਤ ਦੇ ਨਾਲ ਜਿਹੜਾ ਉਹ ਬਾਲਣ ਇਕੱਠਾ ਕੀਤਾ ਜਾ ਸਕਦਾ ਹੈ। ਭਾਵੇਂ ਸਾਲੋ ਨੇ ਵੇਖੋ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਨਹੀਂ ਗਏ। ਇਹ ਗੁਰਸਿੱਖਾਂ ਦਾ ਭਰੋਸਾ, ਇਹ ਗੁਰਸਿੱਖਾਂ ਦਾ ਜਿਹੜਾ ਵਿਸ਼ਵਾਸ, ਸਾਰਿਆਂ ਤੋਂ ਵੱਡਾ ਗੁਰਮੁਖ ਹੈ ਵਿਸ਼ਵਾਸ, ਭਰੋਸਾ। ਜਿਵੇਂ ਆਪਾਂ ਬਾਣੀ 'ਚ ਬਚਨ ਪੜ੍ਹਦੇ ਹਾਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੁੱਕੇ ਬਾਰਕ। ਭਾਵ ਕਿ ਜਿਹੜਾ ਸਿੱਖ ਹੈ ਉਹ ਗੁਰੂ ਦੇ ਉੱਤੇ ਜਿਹੜਾ ਭਰੋਸਾ ਕਰਦਾ ਹੈ, ਗੁਰੂ ਦੇ ਉੱਤੇ ਮਾਣ ਕਰਦਾ ਹੈ। ਅਤੇ ਇਸੇ ਤਰ੍ਹਾਂ ਭਾਈ ਸਾਲੋ ਨੇ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਕਰਕੇ, ਆਪਣੇ ਗੁਰੂ ਦੇ ਉੱਤੇ ਮਾਣ ਕਰਕੇ, ਆਪਣੇ ਗੁਰੂ ਦੇ ਉੱਤੇ ਭਰੋਸਾ ਕਰਕੇ ਅਤੇ ਅੰਮ੍ਰਿਤਸਰ ਸਾਹਿਬ ਦੇ ਗਲੀਆਂ ਬਾਜ਼ਾਰਾਂ ਵਿੱਚ ਔਰ ਜਿਹੜਾ ਨਾਲ ਲੱਗਦੇ ਪਿੰਡ ਵਿੱਚ ਸਨ, ਪਿੰਡਾਂ ਵਿੱਚ ਉਹਨੇ ਜਿਹੜਾ ਢਿੰਡੋਰਾ ਜਿਹੜਾ ਉਹ ਫਰਵਾ ਦਿੱਤਾ ਕਿ ਜਿਹੜਾ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੰਗਰ ਦੇ ਵਿੱਚ ਕੁਝ ਸੁੱਕੀਆਂ ਲੱਕੜਾਂ ਔਰ ਜਿਨ੍ਹਾਂ ਘਰਾਂ ਦੇ ਵਿੱਚ ਮੱਝਾਂ ਦੇ ਗੋਬਰ ਦੀਆਂ ਬਣੀਆਂ ਪਾਥੀਆਂ ਹੋਣ, ਕੋਈ 2-4 ਪਾਥੀਆਂ, ਕੋਈ 2-4 ਲੱਕੜਾਂ ਜਿਹੜਾ ਹੈ ਉਹ ਲੰਗਰਾਂ ਵਾਸਤੇ ਦੇਵੇਗਾ ਅਤੇ ਉਹਨਾਂ ਦੇ ਘਰ ਭਾਵ ਔਲਾਦ ਹੋਵੇਗੀ। ਜਿਹਦੇ ਘਰ ਕੋਈ ਧੀ ਪੁੱਤਰ ਨਹੀਂ, ਉਹਨੂੰ ਧੀ ਦੀ ਪ੍ਰਾਪਤੀ ਹੋਵੇਗੀ, ਪੁੱਤਰ ਦੀ ਪ੍ਰਾਪਤੀ ਹੋਵੇਗੀ ਔਰ ਦੁੱਧ ਦੀ ਪ੍ਰਾਪਤੀ ਹੋਵੇਗੀ। ਜੋ ਕੋਈ ਮੰਗੇਗਾ ਅੱਜ ਉਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਮਿਲੇਗਾ, 2 ਲੱਕੜਾਂ ਦੇ ਬਦਲੇ ਔਰ 2-4 ਪਾਥੀਆਂ ਦੇ ਬਦਲੇ। ਔਰ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਪੁੱਤਰ ਦੇਣਗੇ। ਢੋਲਾ ਜਿਹੜਾ ਹੈ ਢੰਡੋਰਾ, ਇਹ ਭਾਈ ਸਾਲੋ ਨੇ ਜਿਹੜਾ ਫਰਵਾ ਦਿੱਤਾ। ਅਤੇ ਨਾਲ ਫਿਰ ਉਸ ਸਮੇਂ 'ਤੇ ਜਿਹੜਾ ਅੱਜ ਕੱਲ੍ਹ ਤੇ ਸਾਧਨ ਜਿਹੜਾ ਉਹ ਘਟ ਗਏ ਨੇ, ਗੱਡਾ ਕਿਸੇ ਵਿਰਲੇ ਨੇ ਆਪ ਬੈਠੇ ਜੇ ਵੇਖਿਆ ਹੋਵੇਗਾ। ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸਨ ਗੱਡੇ, ਉਹਨਾਂ ਦੇ ਅੰਦਰ ਅੱਗੇ 2 ਬੈਲ ਜੋੜੇ ਜਾਂਦੇ ਸਨ। ਅਤੇ ਭਾਈ ਸਾਲੋ ਨੇ ਜਿਹੜਾ ਆਪਣਾ ਗੱਡਾ ਉਹ ਤਿਆਰ ਕਰ ਲਿਆ, ਉਹਦੇ ਅੱਗੇ 2 ਬੈਲ ਜੋੜੇ ਅਤੇ ਉਹਦੇ ਉੱਤੇ ਆਪ ਬੈਠ ਗਿਆ। ਘਰ ਦੇ ਵਿੱਚ ਹੋਕਾ ਲਾਇਆ ਕਿ ਜਿਹਨੇ ਪੁੱਤਰ ਲੈਣਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਆ ਬਾਲਣ ਕੁਝ ਲੱਕੜਾਂ ਕੁਝ ਦੇਵੋ ਔਰ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਇਸ ਢੰਡੋਰੇ ਦੇ ਨਾਲ ਦੱਸਦੇ ਨੇ ਲੰਗਰ ਦੇ ਬਾਹਰ ਵਾਰ ਲਿਆ ਕੇ ਜਿਹੜਾ ਭਾਈ ਸਾਲੋ ਨੇ ਸੁੱਕੀਆਂ ਲੱਕੜਾਂ ਦੇ ਔਰ ਇਹਨਾਂ ਪਸ਼ੂਆਂ ਦੇ ਗੋਬਰ ਦੇ ਜਿਹੜਾ ਉਹ ਢੇਰ ਲਾ ਦਿੱਤੇ ਲੱਕੜਾਂ ਦੇ। ਅਤੇ ਕਦੋਂ ਕੁਝ ਬਾਸ ਜਦੋਂ ਥੰਮੀ ਅਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਥੋੜ੍ਹੇ ਸੈਰ ਕਰਦੇ ਬਾਹਰ ਲੰਗਰ ਵਾਲੇ ਪਾਸੇ ਨੂੰ ਜਦੋਂ ਆਉਣਾ ਕਰਦੇ ਨੇ ਅਤੇ ਬਾਹਰ ਵੇਖਿਆ ਹੈ ਬਹੁਤ ਜ਼ਿਆਦਾ ਜਿਹੜਾ ਲੱਕੜਾਂ ਦੇ ਔਰ ਪਸ਼ੂਆਂ ਦੇ ਗੋਬਰ ਦੇ ਜਿਹੜਾ ਸੁੱਕੇ ਦੇ ਢੇਰ ਲੱਗੇ ਨੇ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾਇਆ। ਕਹਿਣ ਲੱਗੇ, ਬਾਬਾ ਜੀ ਸਵੇਰੇ ਤੇ ਵਿਚਾਰ ਚੱਲੀ ਸੀ ਕਿ ਲੰਗਰ ਦੇ ਵਿੱਚ ਲੱਕੜਾਂ ਦੀ ਬਹੁਤ ਜ਼ਿਆਦਾ ਦਿੱਕਤ ਹੈ ਔਰ ਇਹਦਾ ਕਿਵੇਂ ਹੱਲ ਹੋਵੇਗਾ। ਅਤੇ ਆ ਕਹਿਣ ਲੱਗੇ ਉਹ ਲੱਕੜਾਂ ਜਿਹੜੀਆਂ ਨੇ ਔਰ ਸੁੱਕਾ ਜਿਹੜਾ ਗੋਬਰ ਹੈ ਕਿੱਥੋਂ ਆ ਗਿਆ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਆਪ ਜੀ ਦੇ ਸਿੱਖ ਇਹ ਭਾਈ ਸਾਲੋ ਦਾ ਸਾਰਾ ਇਹ ਕੰਮ ਹੈ। ਅਤੇ ਨਾਲ ਕੁਝ ਹੋਰ ਸਿੱਖ ਆ ਗਏ, ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਸਾਹਿਬ ਸੱਚੇ ਪਾਤਸ਼ਾਹ ਇਹ ਸਾਰਾ ਜਿਹੜਾ ਕਾਰਾ ਹੈ ਇਹ ਭਾਈ ਸਾਲੋ ਦਾ ਹੈ, ਪਰ ਜੋ ਉਹਨੇ ਢੰਡੋਰਾ ਦਿੱਤਾ ਹੈ ਆਪ ਜੀ ਨੂੰ ਪਤਾ ਹੈ ਕਿ ਆਪ ਜੀ ਤੋਂ ਉਹਨੇ ਪੁੱਛਿਆ ਹੈ ਕਿ ਜਾਂ ਉਹਨਾਂ ਬਿਨਾਂ ਪੁੱਛਣ ਤੋਂ ਜਿਹੜਾ ਹੈ ਇਹ ਸਭ ਕੁਝ ਕਰ ਦਿੱਤਾ ਹੈ। ਅਤੇ ਗੁਰੂ ਰਾਮਦਾਸ ਮਹਾਰਾਜ ਪੁੱਛਣ ਲੱਗੇ ਕੀ ਢੰਡੋਰਾ ਦਿੱਤਾ ਹੈ। ਅਤੇ ਗੁਰਸਿੱਖਾਂ ਨੇ ਬੇਨਤੀ ਦੇ ਰੂਪ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਹੈ, ਸੱਚੇ ਪਾਤਸ਼ਾਹ ਭਾਈ ਸਾਲੋ ਨੇ ਆਪ ਦੇ ਕੋਲੋਂ ਜਿਹੜਾ ਹੈ ਇਹ ਪਿੰਡ ਵਾਲਿਆਂ ਨੂੰ ਨਗਰ ਵਾਲਿਆਂ ਨੂੰ ਜਿਹੜਾ ਪੁੱਤਰ ਦੇਣੇ ਸ਼ੁਰੂ ਕਰ ਦਿੱਤੇ ਕਿ ਅੱਜ ਜਿਹੜਾ ਲੱਕੜਾਂ ਦੇਵੇਗਾ ਉਹਦੇ ਘਰ ਭਾਵ ਪੁੱਤਰ ਦੀ ਉਹਨੂੰ ਪ੍ਰਾਪਤੀ ਹੋਵੇਗਾ। ਇਹਨਾਂ 2-2 ਲੱਕੜਾਂ ਬਦਲੇ, ਇਹਨਾਂ 2-2 ਪਾਥੀਆਂ ਸੁੱਕੇ ਗੋਬਰ ਦੇ ਬਦਲੇ ਅੱਜ ਭਾਈ ਸਾਲੋ ਨੇ ਜਿਹੜਾ ਹਜ਼ਾਰਾਂ ਜਿਹੜਾ ਪੁੱਤਰ ਦੇ ਆਇਆ, ਉਹਨੇ ਆਪ ਜੀ ਨੂੰ ਕੁਝ ਪੁੱਛਿਆ ਨਹੀਂ। ਅਤੇ ਜਦੋਂ ਗੁਰਸਿੱਖਾਂ ਨੇ ਇਹ ਬਚਨ ਕਹੇ ਅਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਭਾਈ ਸਾਲੋ ਨੂੰ ਬੁਲਾਓ। ਭਾਈ ਸਾਲੋ ਨੇ ਗਲ ਵਿੱਚ ਪੱਲਾ ਪਾਇਆ ਹੈ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕਰਦਾ ਹੈ, ਪਾਤਸ਼ਾਹ ਆਪ ਜੀ ਦਾ ਗੋਲਾ, ਆਪ ਜੀ ਦਾ ਗੁਲਾਮ ਆਪ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ।
आप जी का की हुक्म है। देखो गुरसिख का विश्वास और गुरसिख की जिहड़ा निमरता सिख की, गुरु रामदास महाराज के चरणों में खलो के भाई सालो जी कहन लगे, ऐ सच्चे पातशाह इस गोले नूं, इस आप जी के गुलाम नूं आप जी का की हुक्म है। तो गुरु रामदास महाराज कहन लगे, भाई सालो ये जो गुरसिखा कोलों सुनिया है ठीक है। तो भाई सालो ने कहा नहीं कि पातशाह गुरसिख जाए की कह रहे हैं, जाए इन्होंने की मेरी शिकायत लाई, ये नहीं पूछया कि इन्होंने की कहा आ। तो भाई सालो जी कह लगे, जो कुछ इन्होंने कहा है पातशाह वो ठीक है। कह लगे जे ठीक है तो तू साढ़े कोलों आग्या ने ले पुछया नहीं, ये तू सारे नगर वालों इलाके वालों हज़ारां जिहड़ा पुत्र आ वो दे आया इन्हां इस बालन दे बदले। तो वेखो गुरमुखो भाई सालो ने अगे किड्डा प्यारा जिहड़ा वो जवाब दिता। गल है विश्वास की, गल है भरोसे की, गल है सेवा की, गल है सिमरन की। तो भाई सालो ने दोने हथ जोड़े ने बेनती की है, सच्चे पातशाह गुरु रामदास महाराज पुछदा ते तां, तुहाडे कोलों पुछदा ते तां जे तुसी ना दे सकदे। पातशाह तुहाडे ही अमृतमय बचन आ कि उस पातशाह निरंकार दे घर विच की नहीं, घर तां तेरे सब किश है। पातशाह पुछदा ते मैं तां कि जे तेरे घर दे विच कुछ ना हुंदा। पातशाह इस करके पुछया नहीं, तुहाडे घर दे विच सब कुछ है, तुहाडे उत्ते माण करके जिहड़ा है। और दास ने जिहड़ा है नगर दे विच ढंढोरा जिहड़ा है फरवा दिता। और फिर भी जे कोई दास कोलों कोताही हो गई होवे तो आप जी ने माफ़ करना। सो जदों भाई शालू ने इन्हें बचन कहे तो गुरु रामदास महाराज बहुत ज़्यादा जिहड़ा और खुश होए कि जे कोई सिख होवे तो भाई सालू जिहा होवे, जे सेवा करनी होवे तो भाई सालो वाकू भी जिहड़ा सिख बन के जिहड़ा गुरमुखो सेवा जिहड़ी आ वो कमाई जा सकती है। इत्थे ही मैं जिहड़ियां अज दीयां विचारां उन्हां नूं संकोचदा हन। बुलाओ सारे प्यार ते सत्कार दे नाल फतेह। वाहिगुरू जी का खालसा, वाहिगुरू जी।